ਭਲੇ ਵਾਸਤੇ ਸ਼ਹਾਦਤ ਦਿੱਤੀ ਆ। ਉਸ ਗੁਰ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਗੁਰੂ ਕੇ ਪਿਆਰ ਵਾਲੀਆਂ ਸਿੱਖ ਸੰਗਤਾਂ ਗੁਰੂ ਦਰਬਾਰ ਵਿਖੇ ਪੁੱਜੀਆਂ ਨੇ। ਗੁਰੂ ਕੀ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਬਚਨ ਕੀਤੇ ਆ। ਰਹਿੰਦੇ ਗੁਰਦਰਿਆਵ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਆਣੀ, ਚਰਨ ਕਵਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰੈਣ ਵਿਹਾਣੀ। ਗੁਰ ਉਪਦੇਸ਼ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ, ਗੁਰਮੁਖ ਸੁਖ ਫਲ ਪ੍ਰੇਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋ ਕੁਰਬਾਣੀ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੱਤੇ ਰੇਤਿਆਂ ਵਿੱਚ ਬੈਠ ਕੇ ਅੰਦਰੋਂ ਰਹਿੰਦੇ ਰਹੇ ਹਨ, ਅੰਦਰੋਂ ਅਕਾਲ ਪੁਰਖ ਦੇ ਵਿੱਚ ਲੀਨ ਆ, ਬੈਠੇ ਤੱਤੀ ਰੇਤ ਉੱਪਰ ਆ। ਗੁਰੂ ਰੂਪੀ ਸਮੁੰਦਰ ਵਿੱਚ ਜਿਵੇਂ ਮੱਛੀ ਪਾਣੀ ਵਿੱਚ ਲੀਨ ਰਹਿੰਦੀ ਆ, ਨਿਰਵਾਣ ਰਹਿੰਦੀ ਹੈ, ਤਿਵੇਂ ਆਪ ਕਸ਼ਟਾਂ ਦੇ ਵਿੱਚ ਵੀ ਨਿਰਵਾਣ ਰਹੇ। ਭਾਵ ਆਪਣੇ ਤਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੁੱਖ ਸੁੱਖ ਪਿੰਡੇ ਉੱਤੇ ਹੰਢਾਇਆ, ਪਰ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹੇ ਆ। ਮਾਲਕ ਦੇ ਨਾਲ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਕੀਤਾ। ਵਾਹਿਗੁਰੂ ਜੀ ਦਾ ਉਸ ਵੇਲੇ ਦਰਸ਼ਨ ਉਹਨਾਂ 'ਤੇ ਸਾਖਿਆਤ ਹੋ ਰਿਹਾ ਸੀ। ਦਰਸ਼ਨ ਨੂੰ ਦੇਖ ਕੇ ਪਤੰਗੇ ਵਾਂਗੂ ਉਹਨਾਂ ਦੀ ਜੋਤੀ ਵਿੱਚ ਸਮਾ ਗਈ ਹੈ। ਤੋ ਗੁਰੂ ਸਾਹਿਬ ਜੀ ਇਹ ਜਿਹੜੀ ਬੜੀ ਕਠਿਨ ਪੀੜਾ ਉਹਨਾਂ 'ਤੇ ਪਈ ਸੀ, ਮਹਾਰਾਜ ਜੀ ਦੀ ਜਿਹੜੀ ਅੰਦਰੋਂ ਸ਼ਬਦ ਸੁਰਤ ਵਿੱਚ ਲਿਵਿਆ ਇੱਕ ਰਸ ਲੱਗੀ ਰਹੀ ਹੈ। ਮਿਰਗ ਵਾਂਗ ਹੋਰ ਕੋਈ ਫੁਰਨਾ ਉਹਨਾਂ ਦੇ ਚਿੱਤ ਵਿੱਚ ਨਹੀਂ ਆਇਆ। ਚਲਾਣੇ ਤੋਂ ਪਹਿਲੀ ਰਾਤ ਬੜੀ ਹੀ ਕਸ਼ਟ ਭਰੀ ਸੀ। ਵੈਸੇ ਤਾਂ ਸਾਰੇ ਦਿਨ ਹੀ ਬੜੇ ਕਸ਼ਟ ਵਾਲੇ ਆ, ਪਰ ਚਲਾਣੇ ਤੋਂ ਇੱਕ ਰਾਤ ਪਹਿਲਾਂ ਜੋ ਸਾਡੇ ਇਤਿਹਾਸਕਾਰ ਮਹਾਵਿਦਵਾਨ ਗਿਆਨੀ ਜੀ ਲਿਖਦੇ ਆ ਕਿ ਬਹੁਤ ਜ਼ਿਆਦੀ ਕਸ਼ਟਾਂ ਵਾਲੀ ਉਹ ਰਾਤ ਸੀ ਕਿ ਉਹ ਸਾਰੇ ਸਰੀਰ ਉੱਤੇ ਫਲੂਏ, ਤਨ ਜਿਹੜਾ ਉਹ ਸਾਰਾ ਸੜ ਗਿਆ ਹੈ। ਬੜੀ ਦੁੱਖਾਂ ਭਰੀ ਰਾਤ ਆ। ਬੇਸ਼ੱਕ ਸਤਿਗੁਰੂ ਜੀ ਇਹਨਾਂ ਦੁੱਖਾਂ ਸੁੱਖਾਂ ਤੋਂ ਨਿਰਲੇਪ ਆ, ਪਰ ਗੁਰੂ ਕੀ ਸੰਗਤ ਸਰੀਰ ਤੇ ਸਰੀਰ ਆ ਨਾ। ਮਹਾਰਾਜ ਜੀ ਨੇ ਸ਼ਹੀਦਾਂ ਦੀ ਨੀਂਹ ਰੱਖੀ ਆ। ਤੋ ਇੰਨੀ ਕਸ਼ਟ ਭਰੀ ਰਾਤ, ਪਰ ਭਾਈ ਜੀ ਦੱਸਦੇ ਨੇ ਕਿ ਗੁਰੂ ਜੀ ਦੀ ਉਹ ਰਾਤ ਵੀ ਭਵਰੇ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਮਿਲੇ ਰਹਿ ਕੇ ਸੁੱਖਾਂ ਦੇ ਡੱਬੇ ਵਿੱਚ ਬੈਠਿਆਂ ਬੀਤੀ। ਭਾਵ ਸਤਿਗੁਰੂ ਜੀ ਦੀ ਬ੍ਰਿਤੇ ਘਬਰਾ ਵਿੱਚ ਨਹੀਂ ਲੱਗੀ। ਵੇਖੋ ਆਪਾਂ ਬਾਰ-ਬਾਰ ਗਰਮੀ ਵਿੱਚ ਪਾਣੀ ਮੰਗਦੇ ਹਾਂ, ਸਰੀਰਾਂ ਨੂੰ ਘਬਰਾਹਟ ਹੁੰਦੀ ਆ। ਪਾਣੀ ਮਿਲ ਜਾਏ ਤੇ ਸਰੀਰ ਨੂੰ ਸੁੱਖ ਮਹਿਸੂਸ ਹੁੰਦਾ, ਠੰਡੇ ਥਾਂ ਦਾ ਆਸਰਾ ਭਾਲਦੇ ਹਾਂ। ਹੇ ਗੁਰੂ ਅਰਜਨ ਪਾਤਸ਼ਾਹ, ਰਤਾ ਵੀ ਕਿਸੇ ਗੱਲੋਂ ਕੋਈ ਘਬਰਾਹਟ ਨਹੀਂ ਆ। ਮਨ ਦੇ ਵਿੱਚ ਸਹਿਜ ਆਨੰਦ ਵਿੱਚ ਹੀ ਰਹਿ, ਅੰਤਮ ਸਵਾਸਾਂ ਤੱਕ ਵੀ ਬਬੀਹੇ ਦੀ ਤਰ੍ਹਾਂ ਪੁਕਾਰ ਕੇ ਸ਼ਬਦ ਦਾ ਵਿਖਿਆਨ ਕਰਦੇ ਰਹੇ। ਤੇ ਕੀ ਆਖਿਆ? ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰਮੁਖ ਗੁਰੂ ਅਰਜਨ ਨੇ ਮੁੱਖ ਰੂਪੀ ਫਲ ਪ੍ਰੇਮ ਰਸ ਸਹਿਜ ਸਮਾਧ ਤੇ ਸਾਧ ਸੰਗਤ ਹੀ ਜਾਣੀ ਸੀ। ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਕੁਰਬਾਨ ਜਾਨਾ ਹੈ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ, ਹੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਮੈਂ ਤੁਹਾਡੇ ਤੋਂ ਬਲਿਹਾਰ ਜਾਨਾ ਹੈ। ਅਸਚਰਤਾ ਵਾਲੀ ਤੁਹਾਡੀ ਵਡਿਆਈ, ਬੜੀ ਵੱਡੀ ਮਹਾਨਤਾ ਹੈ।
ਜੀਆਂ ਨੂੰ ਹੈਰਾਨ ਕਰ ਦੇਣ ਵਾਲੇ, ਜਿਨ੍ਹਾਂ ਨੇ ਰਤਾ ਵੀ ਦੁੱਖ ਨੂੰ ਮਹਿਸੂਸ ਨਹੀਂ ਕੀਤਾ, ਬਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੀਨ ਹੀ ਰਹੇ ਆ। ਤੂੰ ਐਸੇ ਦੀਨ ਦਇਆਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਦਰਿਆ ਰਾਵੀ ਦੇ ਵਿੱਚ ਚੰਦੂ ਦੇ ਹੁਕਮਾਂ ਦੇ ਨਾਲ ਲਿਆਂਦਾ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜੋਤੀ ਜੋਤ ਸਮਾਉਂਦੇ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਬਾਣੀ ਵਿੱਚ ਕੀਤੇ ਹੈ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨ ਘਾਲਿਓ, ਨਾਮ ਰਤਨ ਗੁਣਾ ਹਰ ਬਣਜੇ, ਸਾਚ ਵਖਰ ਲੈ ਚਾਲਿਓ। ਸੇਵਕ ਕੀ ਓੜ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀਨੀ ਠਾਕੁਰ ਤਿਸ ਦੇ ਮੁਖ ਨਹੀਂ ਮੋਰਿਓ, ਰਤਾ ਵੀ ਮੁਖ ਮੋੜਿਆ ਨਹੀਂ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਵਾਹੂ ਕੋ ਦੌਰਿਓ। ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਰਹੇ, ਕਿੰਨੇ ਕਸ਼ਟ ਆਏ, ਸਹਿਜ ਆਨੰਦ ਵਿੱਚ ਸੱਚੇ ਪਾਤਸ਼ਾਹ ਜੀ ਰੱਬ ਦੇ ਨਾਮ ਦਾ ਸਿਮਰਨ ਹੀ ਕਰਦੇ ਰਹੇ ਆ। ਜੈਸੀ ਆਗਿਆ ਕੀਨੀ ਠਾਕੁਰ ਤਿਸ ਦੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਵਾਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਮਾਨੈ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। 5 ਦਿਨ ਕੁਝ ਵੀ ਨਹੀਂ ਛਕਿਆ, ਨਾ ਪੀਣ ਵਾਸਤੇ ਪਾਣੀ ਮਿਲਿਆ। ਇਸੇ ਕਰਕੇ ਅੱਜ ਜਦੋਂ ਸੰਗਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੀ ਹੈ, ਤਾਂ ਗੁਰੂ ਕੀ ਸੰਗਤ ਗੁਰਮੁਖ ਪਿਆਰਿਆਂ ਦੇ ਅੰਦਰੋਂ ਵੈਰਾਗ ਹੁੰਦਾ ਹੈ ਕਿ ਜਲ ਨੂੰ ਛਕਣ ਵਾਲਿਆ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਉੱਥੇ ਬਾਰ-ਬਾਰ ਕਿਹਾ ਜਾਂਦਾ ਸੀ ਵੀ ਜੇ ਪਾਣੀ ਦੀ ਇੱਕ ਘੁੱਟ ਪੀਣੀ ਹੈ ਨਾ, 1 ਲੱਖ ਰੁਪਈਆ ਪਹਿਲਾਂ ਦੇ ਵਾਸਤੇ ਜੁਰਮਾਨਾ ਤਾਰੋ, ਤਾਂ ਤੁਹਾਨੂੰ ਪੀਣ ਵਾਸਤੇ ਪਾਣੀ ਦੀ ਘੁੱਟ ਦਿੱਤੀ ਜਾਏਗੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਵੱਡੀ ਉਹਨਾਂ ਨੇ ਸ਼ਹਾਦਤ ਦਿੱਤੀ ਆ। ਅੱਜ ਵੇਖੋ ਉਹਨਾਂ ਦੀਆਂ ਕਮਾਈਆਂ ਵੱਡੇ ਵੱਡੇ ਲੰਗਰਾਂ ਦੇ ਰਾਹੀਂ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਰਾਹੀਂ ਗੁਰੂ ਕੇ ਸਿੱਖ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਨਾਲ ਜੁੜਦੇ ਆ ਕਿ ਪਾਤਸ਼ਾਹ ਤੂੰ ਧੰਨ ਆ। ਅਜਿਹੇ ਮਾਹੌਲ ਦੇ ਵਿੱਚ ਵੀ ਠੰਡ ਵਰਤਾ ਗਏ, ਰਤਾ ਵੀ ਆਪਣੇ ਇਸ ਮਨ ਨੂੰ ਕੋਈ ਗਿਲਾ ਤੇ ਕੋਈ ਸ਼ਿਕਵਾ ਨਹੀਂ ਹੋਣ ਦਿੱਤਾ, ਰੱਬ ਦੀ ਰਜ਼ਾ ਵਿੱਚ ਰਹੇ ਆ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥਾ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕਹੋ, ਸਬਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਧੰਨ ਨੇ ਗੁਰੂ ਅਰਜਨ ਪਾਤਸ਼ਾਹ। ਇੰਨੀ ਵੱਡੀ ਸ਼ਹਾਦਤ ਹੈ, ਇੰਨੀ ਵੱਡੀ ਕੁਰਬਾਨੀ ਹੈ। ਸੋ ਆਓ ਗੁਰੂ ਕੀ ਸੰਗਤ, ਜਿੱਥੇ ਦਰਿਆ ਰਾਵੀ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਸ਼ਹਾਦਤ ਪ੍ਰਾਪਤ ਕਰਦੇ ਆ। ਇਸ ਤੋਂ ਅੱਗੇ ਕਵੀ ਸਾਹਿਬ ਜੀ ਕੀ ਇਤਿਹਾਸ ਸਾਨੂੰ ਸੰਸਾਰਕ ਜੀਵਾਂ ਨੂੰ ਸਰਵਣ ਕਰਾਉਂਦੇ ਆ। ਸਾਰੀ ਸੰਗਤ ਮਾਈ ਭਾਈ ਇੱਕ ਵਾਰੀ ਮੁਖ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ। ਜਿਹੜੇ 5 ਸਿੱਖ ਮਹਾਰਾਜ ਜੀ ਦੇ ਨਾਲ ਗਏ ਸਨ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ ਤੇ ਭਾਈ ਲੰਗਾ ਜੀ, ਜਿਹੜੇ ਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੱਖ ਗਏ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿਹੜੀ ਇਹ ਦਰਿਆ ਰਾਵੀ ਆ ਨਦੀ,
ਤੇ ਮਹਾਰਾਜ ਜੀ ਦੇ ਪਾਸ ਉਥੇ ਹਨ। ਮੰਦ ਮੰਦ ਵੈਰਾਗ ਅਦਕ ਸੰਕਟ ਪਾਏ ਕਰਾਲ। ਮਨ ਵਿੱਚ ਬੜਾ ਵੈਰਾਗ ਪੈਦਾ ਹੋਇਆ, ਕਿਉਂਕਿ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਤੇ ਮਨ ਨੂੰ ਠੰਡ ਪੈਂਦੀ ਆ। ਜਿਸ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਭੋਜਨ ਨਹੀਂ ਸਨ ਕਰਦੇ, ਜਲ ਪਾਣੀ ਨਹੀਂ ਸਨ ਛਕਦੇ, ਕੋਈ ਵੀ ਖੁਸ਼ੀ ਗਮੀ ਦਾ ਕਾਰਜ ਨਹੀਂ ਸੀ ਕਰਦੇ, ਅੱਜ ਉਹ ਸਰੀਰ ਕਰਕੇ ਗਏ ਨੇ। ਬੇਸ਼ੱਕ ਹਮੇਸ਼ਾ ਬਾਣੀ ਕਰਕੇ ਸਦਾ ਹੀ ਕੋਲ ਆ, ਪਰ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਵੈਰਾਗ ਪੈਦਾ ਹੋਇਆ ਕਿ ਪਾਤਸ਼ਾਹ ਮਹਾਰਾਜ ਜੀ ਨੂੰ ਇੰਨੇ ਤਸੀਹੇ, ਇੰਨੇ ਜਿਹੜੇ ਸੰਕਟ ਤੇ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਦੀ ਲੰਘਣਾ ਪਿਆ ਹੈ। ਚੌਪਈ ਕਹਿ ਭਾਈ ਜੇਠਾ ਵਡਹੰਸ ਗਾਵੋ। ਭਾਈ ਜੇਠਾ ਸਾਹਿਬ ਜੀ ਉਹਨਾਂ ਨੇ ਆਖਿਆ ਕਿ ਗੁਰੂ ਕੇ ਸਿੱਖੋ, ਵਡਹੰਸ ਰਾਗ ਨੂੰ ਆਪਾਂ ਗਾਉਣਾ ਕਰੀਏ। ਅੱਜ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਸੰਸਕਾਰ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਆ। ਸਾਡੀ ਜੋ ਸਿੱਖ ਰਹਿਤ ਮਰਿਆਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਪ੍ਰਕਾਸ਼ਿਤ ਆ। ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਸਮੁੱਚੇ ਸਿੱਖ ਜਗਤ ਦੀ ਮਰਿਆਦਾ ਹੈ। ਸਾਰੇ ਸੰਤਾਂ ਮਹਾਂਪੁਰਸ਼ਾਂ ਟਕਸਾਲਾਂ ਸਾਰਿਆਂ ਨੇ ਉਹਨੂੰ ਮਿਲ ਕੇ ਤੇ 1945 ਦੇ ਵਿੱਚ ਪਾਸ ਕੀਤਾ। ਉਹਦੇ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਵੈਰਾਗਮਈ ਸ਼ਬਦਾਂ ਨੂੰ ਗਾਇਆ ਜਾਏ। ਉਹ ਜਿਹੜੇ ਵੈਰਾਗਮਈ ਸ਼ਬਦ ਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਰਾਗ ਵਡਹੰਸ ਵਿੱਚ ਉਚਾਰਨ ਕੀਤੇ ਹੋਏ ਆ, ਜਿਹਨੂੰ ਆਪਾਂ ਅਲਾਣੀਆਂ ਦਾ ਪਾਠ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗ 578 ਉੱਪਰ ਦਰਜ ਹੈ, ਬਿਰਾਜਮਾਨ ਹੈ। ਜਿਹੜੇ ਗੁਰੂ ਕੇ ਸਿੱਖ ਆ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜਾਂ ਕੋਈ ਵੀ ਮਾਈ ਭਾਈ ਉੱਚੀ ਉੱਚੀ ਗੁਰੂ ਕੀ ਸੰਗਤ ਨੂੰ ਪਾਠ ਸੁਣਾਇਆ ਜਾਂਦਾ ਹੈ। ਅਲਾਣੀਆਂ ਦੇ ਵਿੱਚ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ, ਮੋਹਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਘੱਤ ਚਲਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਦੇ ਵਿੱਚ ਜਦੋਂ ਇਹ ਜੀਵ ਨੇ ਸੰਸਾਰ ਤੋਂ ਚਲਾਣਾ ਕਰ ਜਾਣਾ, ਮਹਾਰਾਜ ਜੀ ਨੇ ਬੜੇ ਵੈਰਾਗਮਈ ਬਚਨ ਬਿਆਨ ਕੀਤੇ ਆ। ਬਾਬਾ ਆਵੋ ਭਾਈ ਹੋ, ਗਲ ਮਿਲੇ ਮਿਲ ਮਿਲ ਦੇ ਆਸੀਸਾਂ ਹੈ। ਭਾਈ ਆਓ ਤੇ ਮਿਲ ਕੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰੀਏ। ਅਸਾਂ ਪਿਓਥੇ ਜਾਣਾ, ਇਹ ਜਿਹੜੇ ਬਾਣੀ ਦੇ ਸ਼ਬਦ ਆ, ਜਦੋਂ ਕੋਈ ਮਿਰਤਕ ਸਮਾਗਮ ਦੇ ਪਾਠ ਦਾ ਭੋਗ ਹੁੰਦਾ ਹੈ ਤੇ ਉਦੋਂ ਵੀ ਰਾਗੀ ਸਾਹਿਬਾਨ ਇਹਨਾਂ ਸ਼ਬਦਾਂ ਦਾ ਕੀਰਤਨ ਕਰਕੇ ਗੁਰੂ ਕੀ ਸੰਗਤ ਮਾਈ ਭਾਈ ਨੂੰ ਸਰਵਣ ਕਰਵਾਉਂਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਵਿੱਚ ਬੜਾ ਵੈਰਾਗਮਈ ਢੰਗ ਦੇ ਨਾਲ ਜੀਵ ਦੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜਿਆ, ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਿਆ ਤੇ ਉਹਦੇ ਹੁਕਮ ਦੇ ਮੰਨਣ ਦੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਤਾਕੀਦ ਕੀਤੀ ਆ। ਇੱਥੋਂ ਤੱਕ ਵੀ ਸੰਸਾਰ ਤੇ ਦੋ ਜੀਆਂ ਦਾ ਸੰਜੋਗ ਹੁੰਦਾ ਹੈ, ਪਰ ਜਿਸ ਨੂੰ ਮਾਲਕ ਦਾ ਹੁਕਮ ਆਉਂਦਾ ਹੈ ਉਹ ਜੀਵਾਤਮਾ ਸੰਸਾਰ ਤੋਂ ਚਲੇ ਜਾਂਦੀ ਹੈ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸੋ ਹੋਵੇ ਪਾਪਾ ਮੱਲੋ ਧੋਵੈ, ਸੋ ਸਿਮਰੋ ਪ੍ਰਧਾਨ ਹੈ। ਸੋ ਇਹਨਾਂ ਸਾਰੇ ਸ਼ਬਦਾਂ ਦੇ ਰਾਹੀਂ ਸੰਗ ਨਾ ਕੋਈ ਭਈਆ ਬੇਬਾ, ਮਾਰ ਜੋਬਨ ਤਨ ਛੋੜ ਵੰਜੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜੋ ਕਹਾਣੀਆਂ। ਇਹ ਸਾਡੇ ਸੰਸਾਰਿਕ ਜੀਵਾਂ ਦੇ ਵਾਸਤੇ ਆ। ਗੁਰੂ ਮਹਾਰਾਜ ਤੇ ਹੈ ਹੀ ਪ੍ਰਤੱਖ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਆ। ਸੱਦੜੇ ਆਏ ਤੇ ਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਜਦੋਂ ਸੱਚੇ ਕਰਤਾਰ ਦਾ ਹੁਕਮ ਆ ਜਾਂਦਾ, ਉਹਦਾ ਸੱਦੜਾ ਆ ਜਾਂਦਾ ਹੈ, ਜੀਵਾਤਮਾ ਨੂੰ ਜਾਣਾ ਪੈਂਦਾ। ਸੱਦੜੇ ਆਏ ਤੇ ਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਸ਼ੁੰਨਿਆ,
ਵਿਛੜਿਆ ਮੇਲਣ ਹਾਰੋ। ਨਾਰੀ ਅਤੇ ਪੁਰਖ ਜਿਹੜੇ ਸੰਸਾਰ ਵਿੱਚ ਦੋ ਜੀਅ ਆ, ਭਾਈ ਵਿਛੋੜਾ ਬਣਦਾ ਹੈ, ਫਿਰ ਮਾਲਕ ਦੇ ਹੁਕਮ ਦੇ ਨਾਲ ਮਿਲਾਪ ਹੁੰਦਾ ਹੈ। ਰੂਪ ਨਾ ਜਾਣੇ ਸੋਹਣੀਆਂ ਹੁਕਮ ਬੱਧੀ ਸਰਕਾਰੋ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ। ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਅਲਾਣੀਆਂ ਜਿਹੜੇ ਵੈਰਾਗਮਈ ਸ਼ਬਦ ਆ ਇਹਨਾਂ ਦਾ ਉਚਾਰਨ ਕੀਤਾ। ਤੋ ਇਹ ਜਿਹੜੇ ਗੁਰੂ ਕੇ ਸਿੱਖ ਆ, ਇਹ ਗੁਰੂ ਕੇ ਸਿੱਖਾਂ ਨੇ ਭਾਈ ਜੇਠਾ ਸਾਹਿਬ ਜੀ ਨੇ ਆਖਿਆ ਕਿ ਇਹ ਗੁਰਮੁਖੋ ਹੁਣ ਆਪਾਂ ਵਡਹੰਸ ਰਾਗ ਨੂੰ ਗਾਵੀਏ। ਭਾਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਉਹ ਅਲਾਣੀਆਂ ਦਾ ਪਾਠ ਕੀਤਾ ਜਾਏ, ਇਹ ਸ਼ਬਦ ਪੜ੍ਹੇ ਜਾਣ। ਜਿਵੇਂ ਅੱਜ ਵੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲਾਗੇ ਤੇਰਾ ਭਾਣਾ। ਹੇ ਪਾਤਸ਼ਾਹ ਮੈਂ ਨਿਰਗੁਣ, ਮੇਰੇ ਵਿੱਚ ਗੁਣ ਕੋਈ ਨਹੀਂ, ਬੜਾ ਵੱਡਾ ਮੈਂ ਮੂਰਖ ਹਾਂ, ਮੁਗਧ ਹਾਂ, ਅਜਾਣ ਮੈਨੂੰ ਗੁਰਮਤਿ ਦਾ ਊੜਾ ਐੜਾ ਵੀ ਨਹੀਂ ਆਉਂਦਾ, ਅਗਿਆਨੀ ਹਾਂ ਮੇਰੇ ਪੱਲੇ ਕੋਈ ਗਿਆਨ ਨਹੀਂ, ਨਾ ਮੈਂ ਕੋਈ ਤੇਰੀ ਬਖਸ਼ਿਸ਼ ਨੂੰ ਜਾਣਿਆ, ਨਾ ਮੈਂ ਕੋਈ ਚੰਗਾ ਕਰਮ ਕੀਤਾ, ਨਾ ਮੈਂ ਕੋਈ ਚੰਗਾ ਧਰਮ ਜਿਹੜਾ ਉਹਨੂੰ ਅਪਣਾਇਆ। ਪਾਤਸ਼ਾਹ ਜੀ ਸਾਡੇ ਉੱਤੇ ਤਰਸ ਕਰ, ਮੈਂ ਤੇਰੇ ਗੁਣ ਗਾਵਾਂ, ਮੈਨੂੰ ਤੇਰਾ ਭਾਣਾ ਮਿੱਠਾ ਲੱਗ ਜਾਏ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਦੇ ਆ, ਇਸ ਢੰਗ ਨਾਲ ਰੱਬ ਦੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਮੰਨੋ। ਸੋ ਭਾਈ ਜੇਠਾ ਸਾਹਿਬ ਜੀ ਨੇ ਆਖਿਆ ਗੁਰੂ ਕੇ ਸਿੱਖੋ ਵਡਹੰਸ ਰਾਗ ਨੂੰ ਗਾਵੀਏ ਤੇ ਵੈਰਾਗਮਈ ਸ਼ਬਦਾਂ ਦਾ ਪਾਠ ਕਰੀਏ। ਗੁਰ ਪਰਲੋਕ ਪਾ ਸ਼ਬਦ ਸੁਣਾਵੋ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ ਆ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇਠਾ ਸਾਹਿਬ ਜੀ ਨੇ ਆਖਿਆ ਗੁਰੂ ਕੇ ਸਿੱਖੋ, ਕਿਉਂਕਿ ਸਾਡੀ ਸਿੱਖ ਰਹਿਤ ਮਰਿਆਦਾ ਤੇ ਸਿਆਣੇ ਜਿਹੜੇ ਪੁਰਸ਼ ਹੁੰਦੇ ਆ ਉਹ ਵੀ ਘਰਾਂ ਵਿੱਚ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਹੁਣ ਰੋਣ ਧੋਣ ਦਾ ਕੁਰਲਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਰੀਰ ਦੇ ਵਿੱਚੋਂ ਪਰਮੇਸ਼ਰ ਦੀ ਜੋਤ ਚਲੇ ਗਈ ਆ। ਹੁਣ ਐਵੇਂ ਰੋ ਕੇ ਕੁਰਲਾ ਕੇ ਆਪਣੇ ਸਰੀਰ ਦਾ ਨੁਕਸਾਨ ਨਾ ਕਰੋ, ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। ਇਸ ਤਰ੍ਹਾਂ ਕੀਤਿਆਂ ਤੇ ਐਵੇਂ ਲੋਕ ਵਿਖਾਵਾ ਹੀ ਬਣ ਜਾਏਗਾ। ਧੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣਾਈ ਕਤ ਹੀ ਤੁਮ ਲੋਕ ਸੁਣਾਵੋ। ਐਵੇਂ ਲੋਕ ਵਿਖਾਵਾ। ਹੁਣ ਤੁਸੀਂ ਆਪਣੇ ਮਨ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਰਜ਼ਾ ਨੂੰ ਮੰਨੋ। ਸੋ ਅੱਜ ਵੀ ਸਾਡੇ ਘਰਾਂ ਦੇ ਵਿੱਚ ਚੰਗੇ ਗ੍ਰੰਥੀ ਸਾਹਿਬਾਨ, ਚੰਗੇ ਪਰਿਵਾਰਾਂ ਦੇ ਜਿਹੜੇ ਮੁਖੀ ਆ, ਆਂਢ ਗੁਆਂਢ ਕੋਈ ਮਾਈ ਭਾਈ ਸਾਰੇ ਇਕੱਤਰ ਹੋ ਕੇ ਇਹੀ ਪਰਿਵਾਰ ਨੂੰ ਸਮਝਾਉਂਦੇ ਆ, ਦੁੱਖ ਸੁੱਖ ਵੰਡਿਆ ਜਾਂਦਾ ਹੈ। ਤੋ ਇਹ ਗੁਰੂ ਘਰ ਦੀ ਮਰਿਆਦਾ ਹੈ। ਤੋ ਇਸੇ ਤਰ੍ਹਾਂ ਭਾਈ ਜੇਠਾ ਸਾਹਿਬ ਜੀ ਨੇ ਆਖਿਆ ਗੁਰਮੁਖੋ ਆਪਾਂ ਵਡਹੰਸ ਰਾਗ ਦੇ ਵਿੱਚੋਂ ਵੈਰਾਗਮਈ ਸ਼ਬਦਾਂ ਦਾ ਪਾਠ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਹਨ। ਕਾਰਾਗ੍ਰਹਿ ਥਲ ਪਾਪੀ ਬੈਸੀ। ਤੋ ਜਿਹੜਾ ਇਹ ਚੰਦੂ ਪਾਪੀ ਆ, ਜਿਨੇ ਇਹ ਸਾਰਾ ਹੀ ਕਾਰਾ ਕੀਤਾ ਹੈ, ਕਰਤ ਪ੍ਰਤੀਕਣ ਆਏ ਨ ਕੈਸੀ। ਉਹਨੇ ਹੀ ਆਪਣੇ ਬਾਕੀ ਸੰਗੀ ਸਾਥੀ ਜਿਹੜੇ ਆ ਨਾਲ ਭੇਜੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਸਤੇ, ਇਹ ਭਾਣਾ ਵਰਤਾਉਣ ਵਾਸਤੇ। ਇਹ ਉਹਨਾਂ ਦੀ ਉਡੀਕ ਕਰਦਾ ਹੈ। ਤਬ ਬਿਧੀ ਚੰਦ ਬਹੁ ਵਰਗ ਸੁਨਾਇਓ। ਇੱਧਰੋਂ ਬਾਬਾ ਬਿਧੀ ਚੰਦ ਜੀ ਗੁਰੂ ਘਰ ਦਾ ਮਹਾਨ ਜਿਹੜਾ ਗੁਰੂ ਕਾ ਸਿੱਖ ਹੈ, ਬਾਬਾ ਬਿਧੀ ਚੰਦ ਜੀ, ਇਹਨਾਂ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ। ਦੁਸ਼ਟ ਪਾਤ ਕੀ ਪਾਪ ਕਮਾਇਓ। ਤੇ ਬਾਬਾ ਬਿਧੀ ਚੰਦ ਨੇ
ਇਹ ਬਚਨ ਕੀਤੇ ਹਨ ਕਿ ਇਹ ਜਿਹੜਾ ਚੰਦੂ ਆ ਬੜਾ ਦੁਸ਼ਟ ਆ, ਮਾੜੀ ਮੱਤ ਵਾਲਾ, ਤੇ ਇਸ ਮਨੁੱਖ ਨੇ ਬੜਾ ਪਾਪ ਕਰਮ ਕੀਤਾ ਹੈ। ਤਵ ਸਿਰ ਚੜ੍ਹੈ ਦੋਸ਼ ਵੱਢਦਾ ਕੈ। ਐ ਚੰਦੂ ਤੇਰੇ ਸਿਰ ਦੋਸ਼ ਆ, ਬੜਾ ਮਾੜਾ ਕਰਮ ਕੀਤਾ ਹੈ। ਇਹ ਤੇਰੇ ਸਿਰ ਜਿਹੜਾ ਦੋਸ਼ ਆ ਇਹ ਮੜਿਆ ਗਿਆ ਹੈ। ਗਏ ਪਰਲੋਕ ਦੇਹ ਤਜ ਕੈ ਕੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇਸ ਤਨ ਨੂੰ ਛੱਡ ਕੇ ਪਰਲੋਕ ਨੂੰ ਚਲੇ ਗਏ ਨੇ। ਪਰ ਇਹ ਪਾਪੀਆ, ਇਹ ਤੂੰ ਬਹੁਤ ਮਾੜਾ ਕਰਮ ਕੀਤਾ ਹੈ। ਕਰ ਕੂਰ ਮਾਰੇ ਹਥਿਆਰੇ। ਹੇ ਚੰਦੂ ਤੂੰ ਝੂਠਾ ਹੈ ਤੇ ਗੁਰੂ ਹੱਤਿਆ ਕਰਨ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਸ਼ਹਾਦਤ, ਕਿਉਂਕਿ ਇਹਨਾਂ ਲੋਕਾਂ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਵੀ ਜੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਦਾ ਅਸਰ ਵੱਧਦਾ ਗਿਆ ਤੇ ਇਸਲਾਮ ਦਾ ਵਾਧਾ ਰੁਕ ਜਾਏਗਾ। ਬਹੁਤੇ ਧਾਰਮਿਕ ਕੱਟੜਵਾਦੀ ਲੋਕਾਂ ਨੇ ਮਹਾਰਾਜ ਜੀ ਦੇ ਖਿਲਾਫ ਬਾਦਸ਼ਾਹ ਜਹਾਂਗੀਰ ਦੇ ਕੋਲ ਸ਼ਿਕਾਇਤਾਂ ਕੀਤੀਆਂ ਸਨ। तो गुरु की संगत, गुरु के सिखा दे मन विच वैराग है कि हे पापी तू ये बहुत माड़ा कर्म कीता है। बचे नहीं कर जतन हजारे। पातशाह जी दे जिहड़े प्यार वाले गुरु के सिख आ वैराग विच आन के फिर बचन करदे आ भी आखिर तेरा भी अंत दा समा जिहड़ा नेड़े ही आ जाएगा। हजारा जतन तू भावें कर लै, कदे वास्ते मौतों तुम ही बचेगा नहीं। कुछ डर पत उरम है बिसमायो। जदों उन्हें गुरु के सिखां दे पासों ये ਜਿਹੜੇ ਸਨ ਵਿਰਾਗ ਦੇ ਬਚਨ ਸੁਣੇ, ਚਾਹੁੰਦਾ ਤੇ ਇਹ ਸੀ ਵੀ ਡਰ ਜਾਣਗੇ। ਤਾਂ ਸੱਚੇ ਪਾਤਸ਼ਾਹ ਜੀ ਦੇ ਚੜ੍ਹਦੀ ਕਲਾ ਵਾਲੇ ਸਿੱਖਾਂ ਨੇ ਜੁਰਤ ਵਾਲੇ ਬਚਨ ਕੀਤੇ ਤੇ ਜਿਹੜਾ ਚੰਦੂ ਆ ਹੁਣ ਇਹਦੇ ਮਨ ਵਿੱਚ ਡਰ ਪੈਦਾ ਹੁੰਦਾ ਹੈ ਤੇ ਹੈਰਾਨ ਹੁੰਦਾ ਹੈ। ਤਤ ਛਣ ਹਟ ਕਰ ਧਾਮ ਸਦਾਇਓ। ਉਸੇ ਵੇਲੇ ਇਹ ਫਿਰ ਜਿਹੜਾ ਚੰਦੂ ਹੈ ਗੁਰੂ ਕੇ ਸਿੱਖਾਂ ਤੋਂ ਪਾਸਾ ਵੱਟ ਕੇ ਆਪਣੇ ਘਰ ਨੂੰ ਜਾਣ ਲੱਗਾ ਹੈ। ਸਾਧਨ ਰੁਦਨ ਵੱਡ ਸੁਨਾਇਓ ਪੁਕਾਰਾ। ਜਦੋਂ ਇਹ ਆਪਣੇ ਘਰ ਵਿੱਚ ਗਿਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਇਹ ਆਪਣੇ ਘਰ ਨੂੰ ਜਾਂਦਾ ਹੈ ਤੇ ਕੀ ਹੁੰਦਾ ਹੈ, ਇਹਦੇ ਘਰ ਵਿੱਚ ਉੱਚੀ ਉੱਚੀ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਰੋਣ ਦੀਆਂ ਆਵਾਜ਼ਾਂ, ਕੁਰਲਾਉਣ ਦੀਆਂ ਆਵਾਜ਼ਾਂ, ਬੜੀਆਂ ਭਿਆਨਕ ਜਿਹੜੀਆਂ ਆਵਾਜ਼ਾਂ ਨੇ ਇਹਨੂੰ ਸੁਣਾਈ ਦਿੱਤੀਆਂ ਹਨ। ਚਕਤ ਚਿਤ ਆਵੇ ਤਬਿ ਉਚਾਰਾ। ਹੈਰਾਨ ਹੁੰਦਾ ਹੈ ਵੀ ਮੇਰੇ ਘਰ ਵਿੱਚੋਂ ਚੀਕਾਂ ਕਾਹਦੀਆਂ ਪੈ ਰਹੀਆਂ ਨੇ, ਇੰਨੀਆਂ ਭਿਆਨਕ ਆਵਾਜ਼ਾਂ ਜਿਹੜੀਆਂ ਰੋਣ ਕੁਰਲਾਉਣ ਦੀਆਂ ਮੇਰੇ ਘਰ ਵਿੱਚੋਂ ਕਿਉਂ ਆ ਰਹੀਆਂ ਹਨ। ਕਿਆ ਹੋਇਆ ਕਿਉਂ ਕਰੋ ਬਿਰਲਾਪ। ਮੇਰੇ ਘਰ ਵਿੱਚ ਕੀ ਹੋ ਗਿਆ, ਕੌਣ ਇੰਨਾ ਵਿਰਲਾਪ ਕਰਦਾ ਹੈ, ਕੌਣ ਇੰਨਾ ਉੱਚੀ ਉੱਚੀ ਰੋ ਰਿਹਾ ਹੈ। ਕੌਣ ਗਜਬ ਗੁਜਰਿਓ ਫਲ ਪਾਪਾਂ। ਇਹ ਕਿਹੋ ਜਿਹਾ ਗਜ਼ਬ ਹੋ ਗਿਆ ਤੇ ਜਿਹਦਾ ਕੀਤੇ ਹੋਏ ਪਾਪਾਂ ਦਾ ਫਲ ਕੋਈ ਸਾਨੂੰ ਮਿਲਣ ਲੱਗਿਆ। ਇਹ ਜਦੋਂ ਇਹਨੇ ਚੰਦੂ ਨੇ ਸੁਣਿਆ ਤੇ ਆਪਣੇ ਮਨ ਵਿੱਚ ਹੈਰਾਨ ਹੁੰਦਾ ਹੈ। ਸੇਵਕ ਆਨ ਕਹਿਓ ਤਤਕਾਲਾ। ਇਹਦਾ ਜਿਹੜਾ ਨੌਕਰ ਸੀ ਉਹਨੇ ਆਣ ਕੇ ਉਸੇ ਵੇਲੇ ਚੰਦੂ ਨੂੰ ਦੱਸਿਆ ਹੈ। ਨੋਖਾ ਮ੍ਰਿਤ ਔਚਕ ਪਾਕਾਲਾ। ਉਹਨੇ ਆਣ ਕੇ ਖਬਰ ਦਿੱਤੀ ਹੈ ਕਿ ਇਹ ਚੰਦੂ ਜਿਹੜੀ ਤੁਹਾਡੀ ਨੂੰਹ ਸੀ, ਕੁਝ ਸਮਾਂ ਪਹਿਲਾਂ ਉਹਦੀ ਮੌਤ ਹੋ ਗਈ ਹੈ। ਅਣਕ ਤਰਕ ਨਾ ਸੁਨਤ ਵਿਚਾਰੇ। ਤੇ ਉਸ ਦੇ ਨਾਲ ਇਹ ਭਾਣਾ ਵਾਪਰਿਆ। ਅਚਾਨਕ ਜਿਹੜੀ ਉਹਦੀ ਮੌਤ ਆ
ਉਹ ਇੱਕਦਮ ਹੋ ਗਈ ਹੈ। ਬਿਨਾ ਰੋਗ ਕਿਮ ਮਰੀ ਉਚਾਰੇ। ਹੁਣ ਚੰਦੂ ਦੇ ਅੰਦਰ ਡਰ ਪੈਦਾ ਹੋ ਗਿਆ ਕਿ ਬਿਲਕੁਲ ਤੰਦਰੁਸਤ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ, ਤੇ ਬਿਨਾਂ ਕਿਸੇ ਰੋਗ ਦੇ ਕੋਈ ਬਿਮਾਰੀ ਨਹੀਂ ਸੀ। ਅਚਾਨਕ ਇੱਕਦਮ ਚੰਦੂ ਸੋਚਦਾ ਹੈ ਕਿ ਮੇਰੀ ਨੂੰਹ ਦੀ ਮੌਤ ਜਿਹੜੀ ਹੋ ਗਈ, ਇਹਦਾ ਕਾਰਨ ਕੀ ਹੋਵੇਗਾ। ਬੜਾ ਹੈਰਾਨ ਹੁੰਦਾ ਹੈ। ਦੁਖੀ ਬਸੂਰਤ ਮੂਰਖ ਮਾਨੀ। ਇਹ ਜਿਹੜਾ ਮੂਰਖ ਆ, ਆਪਣੇ ਮਨ ਵਿੱਚ ਮਾਨੋ ਕਿ ਇਸ ਗੱਲ ਨੂੰ, ਇਹਦੇ ਮਨ ਵਿੱਚ ਖਿਆਲ ਚੱਲਦਾ ਹੈ ਕਿ ਮੇਰੇ ਵਾਸਤੇ ਜਾਪਦਾ ਵੀ ਦੁੱਖਾਂ ਦਾ ਸਮਾਂ ਆ ਗਿਆ ਹੈ, ਕਿਉਂਕਿ ਘਰ ਵਿੱਚ ਜਵਾਨ ਨੂੰ ਬਿਨਾਂ ਕਿਸੇ ਕਾਰਨ ਇੱਕਦਮ ਉਹਦੀ ਮੌਤ ਹੋ ਜਾਂਦੀ ਹੈ। ਉਧਰੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇਸ ਪਾਪੀ ਦੇ ਅੰਦਰ ਇਹ ਵਿਚਾਰ ਚੱਲਦੀ ਹੈ ਕਿ ਮੇਰੇ ਵਾਸਤੇ ਮਾੜਾ ਸਮਾਂ ਬਣ ਗਿਆ ਹੈ। ਮਨ ਕਸ਼ਟ ਕੀ ਉਪਜੇ ਨਿਸ਼ਾਨੀ। ਕਵੀ ਸਾਹਿਬ ਜੀ ਲਿਖਦੇ ਹੈ, ਮਾਨੋ ਕਿ ਇਹਦੇ ਕਸ਼ਟਾਂ ਦੀ ਇਹ ਨਿਸ਼ਾਨੀ ਆ। ਇਹਦੇ ਘਰ ਵਿੱਚ ਜਦੋਂ ਜਵਾਨ ਨੂੰ ਚਲੇ ਜਾਏ ਤੇ ਪਾਪੀ ਦੇ ਦੁੱਖਾਂ ਦੀ ਨਿਸ਼ਾਨੀ ਦੀ ਸ਼ੁਰੂਆਤ ਬਣ ਗਈ ਹੈ। ਮਿਰਤਕ ਕਿਰਿਆ ਕਰਵਾਵਤ ਭਏ। ਤਾਂ ਇਸ ਚੰਦੂ ਨੇ ਫਿਰ ਜਿਹੜੀ ਮਿਰਤਕ ਕਿਰਿਆ, ਜਿਹਨੂੰ ਮਿਰਤਕ ਸੰਸਕਾਰ ਕਿਹਾ ਜਾਂਦਾ ਹੈ, ਉਹ ਆਪਣੀ ਨੂੰਹ ਦੇ ਮਿਰਤਕ ਸੰਸਕਾਰ ਦੀ ਕਿਰਿਆ ਇਹਨੇ ਕਰਵਾਈ ਹੈ। ਜਾਰਨ ਨਦੀ ਤੀਰ ਲੈ ਗਏ। ਤੇ ਉਹਦੇ ਸੰਸਕਾਰ ਦੇ ਵਾਸਤੇ, ਆਪਣੀ ਨੂੰਹ ਦੇ ਸੰਸਕਾਰ ਦੇ ਵਾਸਤੇ ਇਹ ਦਰਿਆ ਰਾਵੀ ਦੇ ਪਾਸ ਲੈ ਕੇ ਗਏ ਹਨ। ਉਤ ਸਤਿਗੁਰ ਕੀ ਸੁਧ ਬਿਦਤਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਹੁੰਦੀ ਹੈ, ਗੁਰੂ ਮਹਾਰਾਜ ਦੀ ਬਾਬਤ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਦੇ ਪਾਸ ਖਬਰ ਪਹੁੰਚਦੀ ਹੈ, ਪਰਿਆ ਰੌਰ ਪੁਰ ਨਰ ਸਮੁਦਾਇ। ਸਾਰੇ ਮਨੁੱਖਾਂ ਦੇ ਵਿੱਚ ਇਸ ਗੱਲ ਦਾ ਬਹੁਤ ਰੌਲਾ ਪੈ ਗਿਆ। ਸਾਰਿਆਂ ਦੇ ਮਨਾਂ ਵਿੱਚ ਇਹ ਜਿਹੜੀ ਖਬਰ ਹੈ, ਇਹ ਫੈਲਦੀ ਜਾਂਦੀ ਹੈ। ਗ੍ਰਹਿ ਚੰਦੂ ਕੇ ਗੁਰ ਤਜ ਦੀ। ਤੇ ਦੂਸਰੇ ਪਾਸੇ ਇਹ ਵੀ ਚਰਚਾ ਹੋਈ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਚੰਦੂ ਗ੍ਰਿਫਤਾਰ ਕਰਕੇ ਆਪਣੇ ਘਰ ਵਿੱਚ ਲੈ ਕੇ ਗਿਆ, ਆਪਣੀ ਹਵੇਲੀ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਕੀਤੇ ਹੋਏ ਜਿਹੜੇ ਤਸੱਦਦ ਆ, ਜ਼ੁਲਮਾਂ ਦੇ ਕਾਰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਜਿਹੜਾ ਪੰਜ ਭੂਤਿਕ ਸਰੀਰ ਇਹਨੂੰ ਤਿਆਗ ਦਿੱਤਾ ਹੈ। ਸੁਣ ਸਿੱਖ ਨਿਕਸੇ ਤਜ ਗਰੇ। ਜਦੋਂ ਜਦੋਂ ਗੁਰੂ ਕੇ ਸਿੱਖਾਂ ਨੇ ਇਸ ਗੱਲ ਨੂੰ ਸੁਣਿਆ ਤੇ ਫਿਰ ਭਾਈ ਸਾਰਿਆਂ ਨੇ ਆਪਣੇ ਘਰ ਨੂੰ ਛੱਡ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੀ ਬਾਬਤ ਜਦੋਂ ਜਦੋਂ ਗੁਰੂ ਕੇ ਸਿੱਖਾਂ ਨੂੰ ਖਬਰ ਮਿਲਦੀ ਹੈ, ਆਪਣੇ ਘਰ ਨੂੰ ਛੱਡ ਕੇ ਤੇ ਫਿਰ ਸਾਰੇ ਹੀ ਤਜ ਕਾਜ ਬਨਕ ਵਿਵਹਾਰ। ਜਿਹੜੇ ਵੀ ਕੰਮਕਾਰ ਕਰਦੇ ਸਨ, ਉਹ ਕੰਮ ਉਹਨਾਂ ਨੇ ਉੱਥੇ ਹੀ ਛੱਡ ਦਿੱਤੇ। ਕੋਈ ਵੀ ਜਿਸ ਤਰ੍ਹਾਂ ਦਾ ਵੀ ਕੰਮ ਕਰਦਾ ਸੀ, ਜਦੋਂ ਸੁਣਿਆ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਆ, ਤੇ ਉਹ ਸਾਰੇ ਆਪਣੇ ਕੰਮ ਕਾਜ ਉਹਨਾਂ ਨੇ ਤਿਆਗ ਦਿੱਤੇ ਹਨ। ਆਵਹਿ ਲਾਰ ਪਰੇ ਨਰ ਨਾਰ। ਤੇ ਸਾਰੇ ਜਿੰਨੇ ਵੀ ਆ ਕਤਾਰ ਬਣ ਕੇ, ਭਾਵ ਬੜੀ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੀ ਬਾਬਤ ਖਬਰ ਮਿਲਦੀ ਆ। ਆਪਣੇ ਘਰਾਂ ਦੇ ਵਿੱਚੋਂ ਕੰਮ ਕਾਰ ਛੱਡ ਕੇ, ਮਾਨੋ ਕਿ ਲਾਈਨਾਂ ਦੀਆਂ ਲਾਈਨਾਂ ਬਣ ਕੇ ਵੱਡੀ ਗਿਣਤੀ ਵਿੱਚ
ਮਹਾਰਾਜ ਦੀ ਖਬਰ ਸੁਣ ਕੇ ਆਉਂਦੇ ਹਨ। ਭਈ ਭੀੜ ਕੁਛ ਗਿਣੀ ਨਾ ਜਾਏ। ਬਹੁਤ ਜ਼ਿਆਦਾ ਭੀੜ ਲੱਗ ਗਈ, ਬਹੁਤ ਜ਼ਿਆਦਾ ਜਿਹੜੀ ਸੰਗਤ ਹੈ ਦਰਿਆ ਰਾਵੀ ਦੇ ਪਾਸ ਇਕੱਤਰ ਹੁੰਦੀ ਜਾਂਦੀ ਹੈ ਤੱਕ ਸਮਗਰੀ ਲੈ ਕਰ ਆਏ। ਤੇ ਬਹੁਤ ਸਾਰੀ ਜਿਹੜੀ ਸਮੱਗਰੀ ਹੈ ਉਹ ਇਹ ਸਾਰੇ ਸਿੱਖ ਸੰਗਤ ਮਾਈ ਭਾਈ ਲੈ ਕੇ ਆ ਰਹੇ ਹਨ। ਅਤਰ ਫੂਲ ਅੰਬੀਰ ਗੁਲਾਲ। ਇਹਨਾਂ ਨੇ ਅਤਰ ਵੀ ਲਿਆਂਦਾ, ਫੁੱਲ ਵੀ ਲਿਆਂਦੇ, ਵੱਖ-ਵੱਖ ਜਿਹੜੇ ਕਿਸਮਾਂ ਦੇ ਫੁੱਲ ਆ ਉਹਨਾਂ ਨੂੰ ਲੈ ਕੇ ਆ ਰਹੇ ਹਨ। ਸਭ ਸੋ ਕਹੀ ਕਹੀ ਜਮਿਉਰ ਕੀ। ਤੇ ਸਾਰਿਆਂ ਦੇ ਨਾਲ ਇਹਨਾਂ ਨੇ ਜਿਵੇਂ ਵੀ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਆਪਣੇ ਬਾਰੇ ਵਾਰਤਾ ਕਹੀ ਸੀ ਕਿ ਭਾਈ ਸੰਗਤ ਨੂੰ ਕਹਿਣਾ ਅਸੀਂ ਸਾਰਿਆਂ ਨੇ ਰੱਬ ਦੇ ਭਾਣੇ ਨੂੰ ਮੰਨਣਾ ਹੈ। ਜਿਹੜੇ ਉੱਥੇ ਗੁਰੂ ਕੇ ਸਿੱਖ ਮੌਜੂਦ ਨੇ ਉਹ ਆਈ ਹੋਈ ਸਾਰੇ ਗੁਰੂ ਕੀ ਸੰਗਤ ਨੂੰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਸੁਣਾਉਂਦੇ ਆ ਤੇ ਨਾਲ ਹੀ ਪਾਤਸ਼ਾਹ ਜੀ ਦੇ ਬਚਨ ਹੁਕਮ ਤੇ ਭਾਣਾ ਮੰਨਣ ਦੀ ਵਾਰਤਾ ਸੁਣਾਉਂਦੇ ਹਨ। ਨਹੀਂ ਦੇਹ ਕੋ ਦਾਹ ਉਚਾਰਾ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਤੇ ਇਹਨਾਂ ਪਾਪੀਆਂ ਨੇ ਪਹਿਲਾਂ ਹੀ ਸਾੜ ਦਿੱਤਾ ਹੈ। ਸਾਰੇ ਤਨ ਉੱਤੇ ਫਲੂਏ ਬਣ ਚੁੱਕੇ ਆ ਤੇ ਛਿੱਬਰ ਸਾਹਿਬ ਜੀ ਤੇ ਹੋਰ ਵਿਦਵਾਨਾਂ ਦੀ ਲਿਖ ਦੇ ਮੁਤਾਬਕ ਹੱਥ ਪੈਰ ਬੰਨ੍ਹ ਕੇ ਮਹਾਰਾਜ ਜੀ ਨੂੰ ਦਰਿਆ ਰਾਵੀ ਵਿੱਚ ਇਹਨਾਂ ਨੇ ਰੋੜ ਦਿੱਤਾ ਹੈ। ਤੋ ਮਹਾਰਾਜ ਜੀ ਦੇ ਸੰਸਕਾਰ ਵਾਲੀ ਕੋਈ ਬਾਤ ਤਾਂ ਰਹਿ ਹੀ ਨਹੀਂ ਗਈ। ਤੋ ਗੁਰੂ ਕੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਗੁਰੂ ਕੇ ਸਿੱਖ ਬਚਨ ਕਰਦੇ ਹਨ। ਮੇਰਾ ਦਰਸ਼ਨ ਇਹ ਦਰਿਆਓ। ਕਿ ਭਾਈ ਮੇਰਾ ਜਿਹੜਾ ਦਰਸ਼ਨ ਇਹੀ ਆ, ਜਿਹੜਾ ਵੀ ਮਾਈ ਭਾਈ ਇੱਥੇ ਆਉਂਦਾ ਉਹ ਬੈਠ ਕੇ ਬਾਣੀ ਦਾ ਪਾਠ ਕਰੇ। ਦਰਿਆ ਦੇ ਕੰਢੇ 'ਤੇ ਜਿਹੜੇ ਵੀ ਗੁਰੂ ਕੇ ਸਿੱਖ ਆਉਣਗੇ, ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦੱਸਿਆ ਸੀ ਤੁਸੀਂ ਬਾਣੀ ਦਾ ਪਾਠ ਕਰਨਾ ਹੈ। ਬਾਣੀ ਦੇ ਪਾਠ ਵਿੱਚੋਂ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣਗੇ। ਸੋਹਣ ਸਿੱਖ ਸਦਨ ਸਦਨ ਵੈਰਾਗ ਕਰੇ। ਜਿਵੇਂ ਜਿਵੇਂ ਗੁਰੂ ਕੇ ਸਿੱਖ ਆਪਣੇ ਘਰਾਂ ਦੇ ਵਿੱਚੋਂ ਕੰਮ ਕਾਰ ਛੱਡ ਕੇ ਜਿਵੇਂ ਜਿਵੇਂ ਪਤਾ ਲੱਗਾ ਦੌੜ ਕੇ ਆਏ, ਉਹਨਾਂ ਨੇ ਆਪਣੇ ਮਨ ਵਿੱਚ ਵੈਰਾਗ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਬਾਤ ਜਦੋਂ ਸੁਣਦੇ ਆ ਮਨਾਂ ਵਿੱਚ ਵੈਰਾਗ ਪੈਦਾ ਹੁੰਦਾ ਹੈ। ਦੌਰ ਦੌਰ ਮਿਲ ਕੇ ਸਮੁਦਾਏ। ਜਿਹੜੇ ਜਿਹੜੇ ਮਾਈ ਭਾਈ ਨੂੰ ਖਬਰ ਮਿਲਦੀ ਹੈ ਕਿ ਭਾਈ ਇਹ ਭਾਣਾ ਵਾਪਰ ਗਿਆ, ਗੁਰੂ ਅਰਜਨ ਪਾਤਸ਼ਾਹ ਜੀ ਲਾਹੌਰ ਵਿਖੇ ਆਏ ਸਨ। ਬਾਦਸ਼ਾਹ ਜਹਾਂਗੀਰ ਦੇ ਹੁਕਮ ਦੇ ਨਾਲ ਚੰਦੂ ਪਾਪੀ ਨੇ ਬੜੇ ਤਸੀਹੇ ਦਿੱਤੇ ਆ। ਜਿੰਨੇ ਵੀ ਗੁਰੂ ਕੇ ਸਿੱਖ ਮਾਈ ਭਾਈ ਆ ਇਹ ਬਚਨ ਬਿਲਾਸ ਵੀ ਕਰਦੇ ਆ ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਚਨ ਕਰਦੇ ਨੇ ਤੇ ਬੜੇ ਪਿਆਰ ਦੇ ਨਾਲ ਵਿਰਾਗ ਵਿੱਚ ਆਣ ਕੇ ਸੁਣਦੇ ਹਨ। ਵਾਹਿਗੁਰੂ ਸਭ ਬਦਨ ਕਹੰਤੀ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਰੂਪ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਰਾ ਜੋ ਕੁਝ ਵੀ ਸੰਸਾਰ ਦੇ ਵਿੱਚ ਤੁਹਾਡਾ ਹੀ ਬਦਨ ਹੈ। ਇਕੱਠੇ ਪਏ ਅਦਕ ਦੁਖਵੰਤੀ। ਗੁਰੂ ਕੇ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ, ਪਰ ਮਨ ਵਿੱਚ ਬੜਾ ਦੁੱਖ ਆ ਕਿ ਚੰਦੂ ਪਾਪੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਸੀਹੇ ਬੜੇ ਦਿੱਤੇ ਆ। ਸਾਰੇ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਦੇ ਹਿਰਦੇ ਮਾਨੋ ਦੁੱਖ ਦੇ ਨਾਲ ਭਰੇ ਪਏ ਹਨ। ਸਣੇ ਸਣੇ ਚੰਦੂ ਖਲ ਨਿੰਦੇ। ਤੇ ਇਹ ਜਿਹੜੇ ਗੁਰੂ ਕੇ ਸਿੱਖ ਆ, ਕਿਉਂਕਿ ਸਰਕਾਰਾਂ ਦਾ ਬੜਾ ਡਰ ਹੁੰਦਾ, ਭੈ ਹੁੰਦਾ। ਦੂਸਰੇ ਪਾਸੇ ਸਰਕਾਰ ਦਾ ਹੁਕਮ ਸਖਤ ਆ। ਉਹਨਾਂ ਨੇ ਆਪਣੀ ਬਹੁਤ ਸਾਰੀ ਫੌਜ ਲਾਈ ਹੈ, ਤਕੜਾ ਪਹਿਰਾ ਕਰੜਾ ਪਹਿਰਾ ਹੈ ਤੇ ਗੁਰੂ ਕੇ ਸਿੱਖ ਉੱਚੀ ਬੋਲਦੇ ਵੀ ਨਹੀਂ। ਹੌਲੀ ਹੌਲੀ ਇਹ ਜਿਹੜਾ ਚੰਦੂ ਪਾਪੀ ਆ ਤੇ ਜਿਹੜਾ ਬਾਦਸ਼ਾਹ ਜਹਾਂਗੀਰ ਆ, ਜਿਨ੍ਹਾਂ ਦੇ ਹੁਕਮ ਦੇ ਨਾਲ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ,
ਜਿਹੜੇ ਗੁਰੂ ਕੇ ਸਿੱਖਿਆ ਹੇ ਭਾਈ ਉਹਨਾਂ ਦੀ ਬਾਬਤ ਇਹ ਸਾਰੇ ਗੱਲਾਂ ਕਰਦੇ ਨੇ ਤੇ ਦੁਖੀ ਹੁੰਦੇ ਐ। ਇਹਨਾਂ ਪਾਪੀਆਂ ਦੀ ਨਿੰਦਿਆ ਜੋ ਸਚਾਈ ਆ ਉਹ ਇਹ ਬਿਆਨ ਕਰਦੇ ਹਨ। ਗੁਰ ਹਤਿਆਰਾ ਦੁਖੀ ਬਿੰਦ ਹੈ। ਤੇ ਗੁਰੂ ਕੇ ਸਿੱਖ ਬਚਨ ਕਰਦੇ ਆ ਵੀ ਗੁਰੂ ਹਤਿਆਰਾ ਹੈ, ਇਹਨੇ ਬਹੁਤ ਪਾਪ ਕਰਮ ਕੀਤਾ ਹੈ। ਦਰਬ ਗੁਰੂ ਪਰ ਅਗਰ ਬਗਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਇਹਨੇ ਇਹ ਜ਼ੁਲਮ ਕਮਾਇਆ ਹੈ, ਮਾੜਾ ਕਰਮ ਕੀਤਾ ਹੈ। ਤੋ ਜਿੰਨੇ ਵੀ ਗੁਰੂ ਕੇ ਸਿੱਖ ਮਾਈ ਭਾਈ ਆਏ ਉਹ ਸਾਰੇ ਚੰਦੂ ਨੂੰ ਲਾਹਨਤਾਂ ਪਾਉਂਦੇ ਹਨ। ਲੋਕ ਹਜ਼ਾਰੋ ਬਿਨਤ ਜਾਵੇ। ਹਜ਼ਾਰਾਂ ਲੋਕ ਜਿਹੜੇ ਆ ਉਹ ਇਕੱਤਰ ਹੋ ਗਏ ਨੇ, ਕੋਈ ਛੋਟਾ ਮੋਟਾ ਇਕੱਠ ਨਹੀਂ। ਭਾਵ ਜਿਵੇਂ ਜਿਵੇਂ ਇਹਨਾਂ ਦੀ ਸ਼ਰਧਾ ਭਾਵਨਾ ਦੇ ਮੁਤਾਬਕ, ਜਿਵੇਂ ਪਹਿਲਾਂ ਵੀ ਗੁਰੂ ਸਾਹਿਬ ਜੀ ਨੂੰ ਜਥਾ ਸ਼ਕਤ ਮਾਇਆ ਭੇਟ ਕਰਿਆ ਕਰਦੇ ਸਨ, ਤੋ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਨੂੰ ਖਬਰ ਮਿਲਦੀ ਹੈ ਮਹਾਰਾਜ ਜੀ ਦੇ ਦਰਿਆ ਰਾਵੀ ਦੇ ਕੰਢੇ ਉੱਤੇ ਜਿੱਥੇ ਮਹਾਰਾਜ ਜੀ ਸ਼ਹਾਦਤ ਪਾਉਂਦੇ ਆ, ਗੁਰੂ ਕੀਆਂ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ। ਤੇ ਤੱਕ ਜਪਜੀ ਪਾਠ ਪਠੰਤੇ। ਤੇ ਉਸ ਵੇਲੇ ਜਿੰਨੇ ਵੀ ਗੁਰੂ ਕੇ ਸਿੱਖ ਮਾਈ ਭਾਈ ਆਏ ਆ ਉਹਨਾਂ ਫਿਰ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਜਪਜੀ ਸਾਹਿਬ ਜੀ ਦੇ ਪਾਠ ਦੀ ਬੜੀ ਮਹਾਨਤਾ ਹੈ। ਤੋ ਉਹ ਆਏ ਹੋਏ ਗੁਰੂ ਕੇ ਸਿੱਖਾਂ ਨੇ ਜਪਜੀ ਦਾ ਪਾਠ ਕੀਤਾ ਹੈ। ਤੇ ਤੱਕ ਗੁਰੂ ਗੁਰੂ ਸਿਮਰੰਤੇ। ਤੇ ਕਿੰਨੇ ਗੁਰੂ ਕੇ ਸਿੱਖਿਆ ਜਿਹੜੇ ਗੁਰੂ ਗੁਰੂ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੇ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪੁਰਾਣੀਓ। ਮਹਾਰਾਜ ਜੀ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਬਾਰ ਬਾਰ ਗੁਰੂ ਨੂੰ ਚੇਤੇ ਕਰ, ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਆਏ ਹੋਏ ਗੁਰੂ ਕੇ ਸਿੱਖ ਬਹੁਤ ਸਾਰੇ ਤਾਂ ਜਪਜੀ ਸਾਹਿਬ ਜੀ ਦਾ ਪਾਠ ਤੇ ਕੋਈ ਮਾਈ ਭਾਈ ਵਾਹਿਗੁਰੂ ਦਾ ਸਤਿਗੁਰੂ ਜੀ ਦਾ ਸਿਮਰਨ ਕਰਦੇ ਹਨ। ਕਿਤਕ ਸਵਾਸ ਲੈ ਸ਼ੋਕ ਵਧਾਵੇ। ਤੇ ਕਈ ਜਿਹੜੇ ਗੁਰੂ ਕੇ ਸਿੱਖਿਆ ਲੰਮੇ ਲੰਮੇ ਸਵਾਸ ਲੈ ਕੇ ਜਿਵੇਂ ਹੌਕੇ ਲਈਦੇ ਆ, ਕਿਉਂਕਿ ਵੈਰਾਗ ਬੜਾ। ਜਿਵੇਂ ਜਿਵੇਂ ਸੁਣਦੇ ਆ ਵੀ ਇਸ ਪਾਪੀ ਨੇ ਇੰਨੇ ਤਸੀਹੇ ਦਿੱਤੇ ਆ, ਜਿਵੇਂ ਜਿਵੇਂ ਸੁਣਦੇ ਆ ਮਨ ਵਿੱਚ ਬਹੁਤ ਹੀ ਸੋਗ ਵੈਰਾਗ ਪੈਦਾ ਕਰਦੇ ਹਨ। ਕਿਤਕ ਸਰਾਹੇ ਸ਼ੀਲ ਸੁਹਾਵੇ। ਤੇ ਕਿੰਨੇ ਗੁਰੂ ਕੇ ਸਿੱਖਿਆ ਜਿਹੜੇ ਨਿਮਰਤਾ ਦੇ ਵਿੱਚ ਰਹਿੰਦੇ ਆ ਤੇ ਮਹਾਰਾਜ ਜੀ ਨੂੰ ਚੇਤੇ ਕਰਦੇ ਆ, ਪਾਤਸ਼ਾਹ ਤੁਸੀਂ ਧੰਨ ਜੇ, ਇੰਨੀ ਵੱਡੀ ਨਿਮਰਤਾ ਜਿਹੜੀ ਆ ਤੁਸੀਂ ਦਿਖਾਈ, ਇੰਨੀ ਵੱਡੀ ਸ਼ਕਤੀ ਹੁੰਦਿਆਂ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਹਨ। ਕਿਤਕ ਨਕਾਰਤ ਖਲ ਕੋ ਗਾਰੀ। ਤੇ ਕਈ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਫਿਰ ਕ੍ਰੋਧ ਵੀ ਪੈਦਾ ਹੁੰਦਾ ਹੈ। ਖਲ ਕਹਿੰਦੇ ਨੇ ਮੂਰਖ ਨੂੰ ਵੀ, ਇਸ ਮੂਰਖ ਨੇ ਦੁਸ਼ਟ ਨੇ ਇੰਨਾ ਮਾੜਾ ਕਰਮ ਕੀਤਾ, ਉਹਨੂੰ ਮੰਦਾ ਬੋਲਦੇ ਨੇ। ਤੋ ਇਸ ਤਰ੍ਹਾਂ ਜਿਹੜੇ ਕਈ ਗੁਰੂ ਕੇ ਸਿੱਖਿਆ ਉਹਨਾਂ ਦੇ ਮਨ ਵਿੱਚ ਕ੍ਰੋਧ ਪੈਦਾ ਹੁੰਦਾ ਹੈ। ਤੁਰ ਰਾਜ ਕੀ ਜਰਾਂ ਉਖਾਰੀ। ਤੇ ਫਿਰ ਕ੍ਰੋਧ ਵਿੱਚ ਆਣ ਕੇ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਇਹ ਹੁਣ ਤੁਰਕ ਰਾਜ ਦੀਆਂ ਜੜ੍ਹਾਂ ਖਤਮ ਹੋ ਜਾਣਗੀਆਂ। ਜਿਹੜੀ ਵੀ ਕੋਈ ਸਰਕਾਰ, ਜਿਹੜਾ ਵੀ ਕੋਈ ਬਾਦਸ਼ਾਹ ਪਾਪ ਕਰਮ ਕਰਦਾ, ਧਰਮੀ ਬੰਦੇ ਨੂੰ ਸਤਾਉਂਦਾ ਹੈ, ਉਸ ਰਾਜ ਦੀਆਂ ਜੜ੍ਹਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਹਨ। ਵਿਧੀ ਚੰਦ ਜੇਠਾ ਲੰਗਾ ਪੁਰਾਣਾ। ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ ਜਿਹੜੇ ਗੁਰੂ ਕੇ ਸਿੱਖ ਹਨ। ਇਹਨ ਸਨ ਜਿਸ ਵਿਧ ਅੰਤ ਵਖਾਣਾ। ਇਹਨਾਂ ਸਾਰੇ ਜਿਹੜੇ ਗੁਰੂ ਕੇ ਸਿੱਖ ਆ, ਜਦੋਂ ਅੰਤਲਾ ਸਮਾਂ
ਇਹਨਾਂ ਨੇ ਦੇਖਿਆ ਹੈ। ਜਲ ਮੈਂ ਇਸ ਸਥਿਤ ਜਬ ਕਰ ਦੀਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਦੀ ਵਿੱਚ ਪ੍ਰਵੇਸ਼ ਕਰਦੇ ਆ, ਦਰਿਆ ਰਾਵੀ ਦੇ ਵਿੱਚ। ਤੇ ਬਸ ਨਦੀ ਵਿੱਚ ਜਦੋਂ ਉਹਨਾਂ ਨੇ ਪ੍ਰਵੇਸ਼ ਕੀਤਾ, ਉਸ ਮਾਲਕ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਹੈ। ਸਿੱਖ ਸੈਂਕੜੇ ਹੀਰੇ ਜਾਹਰ। ਸੈਂਕੜੇ ਜਿਹੜੇ ਗੁਰੂ ਮਹਾਰਾਜ ਜੀ ਦੇ ਸਿੱਖ ਆ, ਜਿਹੜੇ ਸੇਵਕ ਆ, ਜਿਵੇਂ ਜਿਵੇਂ ਉਹਨਾਂ ਦੇ ਪਾਸ ਇਹ ਖਬਰਾਂ ਪੁੱਜਦੀਆਂ ਹਨ, ਨਹੀਂ ਬਹੁਰ ਕਛ ਦਈ ਦਿਖਾਈ। ਤੋ ਉਹ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਸੁਣ ਸੁਣ ਕੇ ਉਸ ਦਰਿਆ ਰਾਵੀ ਦੇ ਪਾਸ ਪੁੱਜਦੇ ਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਬਤ ਪੁੱਛਦੇ ਹਨ। ਜਲ ਸਰੂਪ ਤਨ ਹਵੈ ਸੁਖਦਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖਦਿਆਂ ਦੇਖਦਿਆਂ ਉਹ ਇਸ ਦਰਿਆ ਰਾਵੀ ਦੇ ਵਿੱਚ ਜਲ ਦਾ ਰੂਪ ਹੀ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਜਲ ਦੇ ਵਿੱਚ ਹੀ ਸਮਾ ਗਏ ਹਨ। ਪਰਵੇਸੈ ਸਰਜੂ ਨੀਰ ਬਲੰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਜਿਹੜੀ ਸਰਜੂ, ਜਿਹਨੂੰ ਦਰਿਆ ਰਾਵੀ ਕਿਹਾ ਜਾਂਦਾ ਹੈ, ਉਹਦੇ 'ਚ ਪ੍ਰਵੇਸ਼ ਕੀਤਾ ਤੇ ਮਹਾਰਾਜ ਜੀ ਉਹਦੇ ਵਿੱਚ ਹੀ ਹਮੇਸ਼ਾ ਵਾਸਤੇ ਲੀਨ ਹੋ ਜਾਂਦੇ ਹਨ। ਬਹੁਰ ਨਹੀਂ ਨਿਜ ਦੇਹ ਦਿਖਾਈ। ਜਿਹੜੇ ਪੰਜ ਗੁਰੂ ਕੇ ਸਿੱਖ ਨੇ ਉਹ ਬਾਕੀ ਸੰਗਤ ਨੂੰ ਦੱਸ ਰਹੇ ਆ। ਫਿਰ ਮਹਾਰਾਜ ਜੀ ਨੇ ਆਪਣਾ ਰੂਪ ਜਿਹੜਾ ਉਹ ਬਾਹਰ ਆਣ ਕੇ ਕਿਸੇ ਨੂੰ ਦਿਖਾਇਆ ਨਹੀਂ ਹੈ। ਜਲ ਸਰੂਪ ਹਵੇਗਾ ਇਸ ਥਾਈ। ਇਸ ਥਾਂ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਲ ਦਾ ਰੂਪ ਹੀ ਹੋ ਗਏ ਹਨ। ਬਿਸਮਤ ਭਏ ਬਲੋਕਨ ਹਾਰੇ। ਵੇਖਣ ਵਾਲੇ ਹੈਰਾਨ ਰਹਿ ਗਏ ਹਨ। ਸਭ ਸੋ ਜੇਠੇ ਬਾਕ ਉਚਾਰੇ। ਭਾਈ ਜੇਠਾ ਸਾਹਿਬ ਜੀ ਨੇ ਫਿਰ ਵਾਕ ਉਚਾਰਨ ਕੀਤੇ ਹਨ। ਅੰਤ ਸਮੇਂ ਗੁਰ ਗਏ ਬਿਤਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਆ ਬਚਨ ਸਾਡੇ ਨਾਲ ਕੀਤੇ ਸਨ। ਜਲ ਪ੍ਰਵਾਹ ਮੋਦਿਓ ਟਕਾਏ। ਤੇ ਭਾਈ ਇਹ ਜਿਹੜਾ ਸਾਡਾ ਸਰੀਰ ਆ, ਇਹਨੂੰ ਜਲ ਦੇ ਵਿੱਚ ਹੀ ਪ੍ਰਵਾਹ ਕਰ ਦੇਣਾ ਹੈ। ਨਰ ਨਾਰਨ ਕੀ ਭੀਰ ਉਦਾਰ। ਬਹੁਤ ਸਾਰੇ ਮਨੁੱਖ ਜਿਹੜੇ ਆ, ਜਿਹਦੇ ਵਿੱਚ ਭੈਣਾਂ ਵੀ ਆ, ਭਰਾ ਵੀ ਆ, ਵੱਡੀ ਗਿਣਤੀ ਵਿੱਚ ਸੰਗਤ ਉੱਥੇ ਪਹੁੰਚ ਜਾਂਦੀ ਹੈ। ਹਟ ਆਏ ਪੁਣ ਨਗਰ ਮਝਾਰ। ਉਹ ਸਾਰੀ ਸੰਗਤ ਮਾਈ ਭਾਈ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਦੇ ਪਾਸੋਂ ਇਹ ਬਚਨ ਸੁਣਦੇ ਆ, ਰੱਬ ਦੇ ਭਾਣੇ ਨੂੰ ਮੰਨਦਿਆਂ ਹੋਇਆਂ, ਫਿਰ ਇਹਨਾਂ ਨੇ ਨਗਰ ਵਿੱਚ ਲਾਹੌਰ ਵਿੱਚ ਵਾਪਸ ਚਾਲੇ ਪਾਏ ਹਨ। ਧਰਮਸ਼ਾਲਾ ਥਿਤ ਭਏ ਸਮੁਦਾਈ। ਜਿੱਥੇ ਧਰਮਸ਼ਾਲਾ ਬਣੀ ਆ, ਸਾਰੀ ਸਿੱਖ ਸੰਗਤ ਮਾਈ ਭਾਈ ਉੱਥੇ ਆਣ ਕੇ ਇਕੱਤਰ ਹੋ ਗਏ ਹਨ। ਵੈਰਾਗ ਕਰ ਬਲੋਚਨ ਅਸ਼ਰ ਬਹਾਈ। ਤੇ ਸਾਰਿਆਂ ਨੇ ਆਪਣੇ ਮਨ ਵਿੱਚ ਬਹੁਤ ਵੈਰਾਗ ਕੀਤਾ ਤੇ ਅੱਖਾਂ ਵਿੱਚ ਵੈਰਾਗ ਦੇ ਅਥਰੂ ਆ ਗਏ ਆ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਦੇ ਬਚਨਾਂ ਨੂੰ ਚੇਤੇ ਕਰਦੇ ਆ। ਜਿਹੜੇ ਪੰਜ ਗੁਰੂ ਕੇ ਸਿੱਖ ਆ, ਉਹ ਸਾਰੀ ਸੰਗਤ ਮਾਈ ਭਾਈ ਨੂੰ, ਜਿਵੇਂ ਮਹਾਰਾਜ ਜੀ ਨੂੰ ਚੰਦੂ ਨੇ ਕੈਦ ਕੀਤਾ ਤੇ ਵੱਖ-ਵੱਖ ਤਸੀਹੇ ਦਿੱਤੇ ਆ, ਇਹ ਪੰਜ ਗੁਰੂ ਕੇ ਸਿੱਖ ਸਾਰੀ ਸੰਗਤ ਨੂੰ ਦੱਸ ਰਹੇ ਆ। ਜਦੋਂ ਸੰਗਤ ਸੁਣਦੀ ਆ, ਉਹਨਾਂ ਦੀਆਂ ਅੱਖਾਂ ਵਿੱਚ ਵਿਰਾਗ ਦੇ ਅਥਰੂ ਆ ਜਾਂਦੇ ਆ, ਕਿਉਂਕਿ ਪ੍ਰੇਮ ਬੜਾ ਵੱਡਾ ਹੈ ਤੇ ਤਸੀਹਾ ਬੜਾ ਵੱਡਾ ਹੈ। ਤੇ ਸਾਰੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਆਪਣੇ ਮਨ ਵਿੱਚ ਵਿਰਾਗ ਕਰਦੇ ਆ ਤੇ ਮੁਖ ਤੋਂ ਮਹਾਰਾਜ ਜੀ ਦੀ ਸਲਾਹਨਾ ਕਰਦੇ ਆ। ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਇਹ ਰਜ਼ਾ ਹੈ। ਫਿਰ ਇਹ ਗੁਰੂ ਕੇ ਸਿੱਖ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਦੇ ਆ। ਇੱਥੇ ਆਣ ਕੇ ਖਬਰ ਸੁਣਾਉਂਦੇ ਆ। ਜੋ ਵੀ ਗੁਰੂ ਮਹਾਰਾਜ ਜੀ ਦਾ ਇਹ ਪਾਵਨ ਇਤਿਹਾਸ ਕਵੀ ਜੀ
ਆਪ ਜੀ ਨੂੰ ਦੱਸਣਗੇ। ਉਹ ਆਪਾਂ ਕੱਲ ਸ਼ਾਮ ਦੇ ਦੀਵਾਨ ਦੇ ਵਿੱਚ ਉਹਦੀ ਵਿਚਾਰ ਕਰਾਂਗੇ। ਰੱਬ ਵਰਗੀਆਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।